ਦੋਸਤੋ ਹਾਜ਼ਰ ਹਾਂ ਫਿਰ ਇੱਕ ਹੋਰ ਨਵੀਂ ਗੱਲ ਦੇ ਨਾਲ ਔਰ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਅੱਜ ਦੀ ਗੱਲ ਅੱਛੀ ਲੱਗੇਗੀ। ਹਾਂ, ਇੰਤਜ਼ਾਰ ਜ਼ਰੂਰ ਰਹੇਗਾ, ਪ੍ਰयास ਰਹੇਗਾ ਕਿ ਤੁਹਾਡੀ ਪ੍ਰਤੀਕਿਰਿਆਵਾਂ, ਤੁਹਾਡੀਆਂ ਰਿਐਕਸ਼ਨਸ ਮੈਨੂੰ ਮਿਲਣ ਤਾਂ ਕਿ ਅੱਗੇ ਹੋਰ ਬਿਹਤਰ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਰੱਖ ਸਕਾਂ। ਪੁਰਾਣੇ ਦੌਰ ਦੀ ਗੱਲ ਤੋਂ ਆਪਣੀ ਗੱਲ ਨੂੰ ਸ਼ੁਰੂਆਤ ਦੇ ਰਿਹਾ। ਦੋਸਤੋ, ਅਕਸਰ ਆਪਣੀ ਹਰ ਗੱਲ ਇੱਕ ਕਹਾਣੀ ਦੇ ਨਾਲ ਸ਼ੁਰੂ ਕਰਦਾ ਔਰ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਸਕੇ ਔਰ ਅੱਛੀ ਤਰ੍ਹਾਂ ਉਸ ਦੇ ਨਿਚੋੜ ਤੱਕ ਤੁਸੀਂ ਪਹੁੰਚ ਸਕੋ, ਇਹ ਮੇਰਾ ਪ੍ਰयास ਰਹਿੰਦਾ ਹੈ। ਇੱਕ ਵਕਤ ਦੀ ਗੱਲ ਹੈ, ਬਹੁਤ ਸਾਰੇ ਲੋਕ ਊਂਟਾਂ ਦਾ ਇੱਕ ਕਾਫਲਾ ਲੈ ਕੇ ਇੱਕ ਪ੍ਰਦੇਸ਼ ਤੋਂ ਦੂਜੇ ਪ੍ਰਦੇਸ਼, ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਜਾਇਆ ਕਰਦੇ ਸੀ, ਵਪਾਰ ਕਰਦੇ ਸੀ। ਉਸੇ ਕੜੀ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰੇ ਊਂਟਾਂ ਨੂੰ ਲੈ ਕੇ ਇੱਕ ਨਗਰ ਤੋਂ ਦੂਜੇ ਨਗਰ ਜਾ ਰਹੇ ਸੀ। ਰਾਹ ਵਿੱਚ ਰਾਤ ਪਈ ਤਾਂ ਉਹਨਾਂ ਨੇ ਉਸ ਰਾਤ ਉਸ ਨਗਰ ਦੇ ਵਿੱਚ ਬਤੀਤ ਕਰਨਾ ਮੁਨਾਸਿਬ ਸਮਝਿਆ ਔਰ ਉਹਨਾਂ ਨੇ तमाम ਊਂਟਾਂ ਨੂੰ ਉਸ ਵੀਰਾਨ ਸਥਾਨ 'ਤੇ, ਵੀਰਾਨ ਜਗ੍ਹਾ 'ਤੇ ਰੋਕ ਲਿਆ। ਆਪਣੇ ਨਾਲ ਲੈ ਕੇ ਆਏ ਰੱਸਿਆਂ ਦੇ ਨਾਲ ਕੱਲੇ ਊਂਟ ਨੂੰ ਬੰਨ੍ਹਣਾ ਸ਼ੁਰੂ ਕਰਤਾ। ਦੋਸਤੋ, ਹੁਣ ਉਹਨਾਂ ਕੋਲ 100 ਊਂਟ ਟੋਟਲ ਸੀ। 99 ਊਂਟ ਉਹਨਾਂ ਨੇ ਰੱਸੀਆਂ ਨਾਲ ਬੰਨ੍ਹਤੇ ਔਰ ਸ਼ੇਸ਼ ਇੱਕ ਊਂਟ ਦੀ ਰੱਸੀ ਕਿਤੇ ਗਾਇਬ ਸੀ, ਉਹਨਾਂ ਨੂੰ ਨਹੀਂ ਮਿਲੀ। ਹੁਣ ਉਹਨਾਂ ਦੇ ਆਸ-ਪਾਸ ਵੀ ਕੁਝ ਇਸ ਤਰ੍ਹਾਂ ਦਾ ਇੰਤਜ਼ਾਮਾਤ ਨਹੀਂ ਸੀ ਕਿ ਕਿਤੋਂ ਉਧਾਰ ਜਾਂ ਕਿਸੇ ਤਰੀਕੇ ਦੇ ਨਾਲ ਵੀ ਰੱਸੀ ਦਾ ਕੋਈ ਵਸੀਲਾ ਹੋ ਸਕਦਾ। ਉਹਨਾਂ ਨੇ ਸਰਚ ਕੀਤੀ ਕਿ ਕਿਉਂ ਨਾ ਕਿਤੇ ਫਰਿਆਦ ਲਾਈ ਜਾਵੇ, ਕਿਤੋਂ ਲੈ ਕੇ ਆਇਆ ਜਾਵੇ ਇਸ ਤਰ੍ਹਾਂ ਦਾ ਸਾਮਾਂ ਤਾਂ ਕਿ ਰਾਤ ਨੂੰ ਊਂਟ ਨੂੰ ਅਸੀਂ ਬੰਨ੍ਹ ਕੇ ਪੂਰੀ ਤਰ੍ਹਾਂ ਇਤਮਾਨਾਨ ਦੇ ਨਾਲ ਸੌਂ ਸਕੀਏ ਕਿ ਸਾਡਾ ਊਂਟ ਜਿਹੜਾ ਹੈ ਉਹ ਪੂਰਾ ਸੁਰੱਖਿਅਤ ਹੈ, ਪੂਰਾ ਮਹਿਫੂਜ਼ ਹੈ, ਕਿਤੇ ਜਾਏ ਨਾ। ਉਹਨਾਂ ਨੇ ਸਰਚ ਕੀਤਾ ਔਰ ਪਾਇਆ ਕਿ ਨਾਲ ਹੀ ਇੱਕ ਘਰ ਦੇ ਵਿੱਚ ਇੱਕ ਰੋਸ਼ਨੀ ਦੀ ਦਸਤਕ ਹੈ। ਉਸ ਘਰ ਦਾ ਜਾ ਕੇ ਉਹਨਾਂ ਨੇ ਜਦ ਦਰਵਾਜ਼ਾ ਖੜਕੜਾਇਆ, ਉਸ 'ਚੋਂ ਇੱਕ ਦਰਵੇਸ਼ ਬਾਹਰ ਆਇਆ। ਉਹਨੇ ਪੁੱਛਿਆ ਕਿ ਹਾਂ ਦੱਸੋ, ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦਾ। ਉਹ ਦੋਸਤੋ, ਉਹਨਾਂ ਲੋਕਾਂ ਨੇ ਉਹਨਾਂ ਨੂੰ ਫਰਿਆਦ ਕੀਤੀ ਕਿ ਕਹਿੰਦੇ ਅਸੀਂ ਬਹੁਤ ਦੂਰ ਦੇਸ਼ ਤੋਂ ਆਏ ਹਾਂ, ਸਾਡੇ ਕੋਲ ਬਹੁਤ ਸਾਰਾ ਊਂਟਾਂ ਦਾ ਇੱਕ ਅਮਲਾ ਹੈ, ਅਸੀਂ ਬਹੁਤ ਸਾਰੇ ਊਂਟਾਂ ਨੂੰ ਬੰਨ੍ਹ ਚੁੱਕੇ ਹਾਂ, ਲੇਕਿਨ ਸਾਡੀ ਇੱਕ ਰੱਸੀ ਜਿਹਦੇ ਨਾਲ ਅਸੀਂ ਊਂਟ ਨੂੰ ਬੰਨ੍ਹਦੇ ਸੀ ਉਹ ਗਾਇਬ ਹੈ। ਕੀ ਤੁਹਾਡੇ ਕੋਲੋਂ ਇੱਕ ਰੱਸੀ ਦਾ ਇੰਤਜ਼ਾਮ ਹੋ ਸਕਦਾ ਹੈ? ਅਸੀਂ ਤੁਹਾਡੇ ਤੋਂ ਇੱਕ ਰੱਸੀ ਲੈ ਸਕਦੇ ਹਾਂ ਤਾਂ ਕਿ ਆਪਣੇ ਊਂਟ ਨੂੰ ਬੰਨ੍ਹ ਦਈਏ ਔਰ ਸਵੇਰੇ ਅਸੀਂ ਤੁਹਾਨੂੰ ਰੱਸੀ ਵਾਪਸ ਕਰ ਦੇਵਾਂਗੇ। ਦੋਸਤੋ, ਉਸ ਫਕੀਰ ਦਾ ਜਵਾਬ ਸੀ ਕਿ ਮੈਂ ਫੱਕੜ ਆਦਮੀ, ਨਗਰ ਤੋਂ ਬਹੁਤ ਦੂਰ, ਤੰਗ, ਆਪਣੇ ਆਪ ਨੂੰ ਇੱਥੇ ਰੱਖ ਰਿਹਾ, ਬਸ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਵੀ ਸਾਮਾਨ ਨਹੀਂ। ਮੇਰੇ ਕੋਲ ਯਾਨੀ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਐਸਾ ਵਸੀਲਾ ਨਹੀਂ ਜੋ ਮੈਂ ਤੁਹਾਨੂੰ ਦੇ ਕੇ ਇਹ ਗੱਲ ਕਹਿ ਸਕਾਂ ਕਿ ਤੁਸੀਂ ਇਹਦੇ ਨਾਲ ਆਪਣੇ ਊਂਟ ਨੂੰ ਮਹਿਫੂਜ਼ ਤਰੀਕੇ ਦੇ ਨਾਲ ਬੰਨ੍ਹ ਸਕਦੇ ਹੋ। ਹਾਂ, ਇੱਕ ਰਾਹ ਦਿਖਾ ਸਕਦਾ, ਇੱਕ ਤਰੀਕਾ ਦੱਸ ਸਕਦਾ, ਇੱਕ ਮੰਤਰ ਦੇ ਸਕਦਾ। ਅਗਰ ਤੁਸੀਂ ਸਮਝੋ, ਮੁਨਾਸਿਬ ਸਮਝੋ, ਲਿਜਾ ਸਕਦੇ ਹੋ, ਉਹਨੂੰ ਬੰਨ੍ਹ ਸਕਦੇ ਹੋ। ਲੋਕ ਬੜੇ ਪ੍ਰਭਾਵਿਤ ਸੀ ਕਿ ਫਕੀਰ ਆਦਮੀ ਹੈ, ਹੋਏ ਨਾ ਹੋਏ ਇਹ ਕੋਈ ਜਾਦੂ ਟੋਣਾ ਮੰਤਰ ਜਾਣਦੇ ਹੋਣਗੇ। ਤਾਂ ਉਹਨੇ ਪੁੱਛਿਆ, ਜੀ ਦੱਸੋ ਕੀ ਕਰੀਏ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਊਂਟ ਦੇ ਕੋਲ ਜਾਓ, ਬੜੇ ਤਰੀਕੇ ਦੇ ਨਾਲ ਕਿੱਲਾ ਗੱਡੋ, ਇੱਕ ਰੱਸੀ ਉਸ ਕਿੱਲੇ ਨਾਲ ਬੰਨੋ, ਫਿਰ ਉਸੇ ਰੱਸੀ ਨੂੰ ਜਿਵੇਂ ਦੂਸਰੇ ਊਂਟਾਂ ਦੇ ਗਲ 'ਚ ਪਾਇਆ ਸੀ ਉਹਨਾਂ ਦੇ ਗਲ 'ਚ ਪਾਓ, ਊਂਟ ਵੱਜ ਜਾਵੇਗਾ। ਉਹ ਲੋਕ ਹੱਸੇ, ਕਹਿੰਦੇ ਅਜੀਬ ਇਨਸਾਨ ਹੈ, ਜੇ ਸਾਡੇ ਕੋਲ ਰੱਸੀ ਹੁੰਦੀ ਤਾਂ ਅਸੀਂ ਤੇਰੇ ਕੋਲ ਕੀ ਲੈਣ ਆਉਂਦੇ। ਕਹਿੰਦੇ ਬਾਬਾ, ਮੈਨੂੰ ਲੱਗਦਾ ਹੈ ਕਿ ਜ਼ਹਿਨੀ ਤੌਰ 'ਤੇ ਵੀ ਤੂੰ ਖਾਲੀ ਹੈ, ਤੇਰੇ ਘਰ ਤਾਂ ਰੱਸੀ ਹੈ ਨਹੀਂ, ਦਿਮਾਗ ਤੋਂ ਵੀ ਤੂੰ ਸੱਖਣਾ ਹੈ, ਤੇਰੇ ਦਿਮਾਗ 'ਚ ਵੀ ਕੁਛ ਨਹੀਂ। ਕਹਿੰਦਾ ਤੁਸੀਂ ਹੱਸੋ, ਲੇਕਿਨ ਮੇਰਾ ਇਹ ਮੰਤਰ ਕਾਰਗਰ ਰਹੇਗਾ, ਕੋਸ਼ਿਸ਼ ਤਾਂ ਕਰੋ। ਤੁਸੀਂ ਰੱਸੀ ਨਾਲ ਨਹੀਂ ਬੰਨਣਾ, ਲੇਕਿਨ ਤੁਸੀਂ ਇਸ ਤਰ੍ਹਾਂ ਦਾ ਪ੍ਰयास ਕਰਨਾ ਹੈ, ਤੁਸੀਂ ਇਸ ਤਰ੍ਹਾਂ ਦੀ ਐਕਟਿੰਗ ਕਰਨੀ ਹੈ ਕਿ ਊਂਟ ਨੂੰ ਮਹਿਸੂਸ ਹੋਵੇ ਕਿ ਜਿਵੇਂ ਤੁਸੀਂ ਉਹਦੇ ਗਲ ਦੇ ਵਿੱਚ ਰੱਸੀ ਬੰਨ੍ਹਦੇ ਸੀ, ਅੱਜ ਵੀ ਉਸੇ ਰੱਸੀ ਬੰਨ੍ਹ ਰਹੇ ਹੋ, ਭਾਵੇਂ ਤੁਹਾਡੇ ਕੋਲ ਰੱਸੀ ਹੈ ਨਹੀਂ। ਜਿਵੇਂ ਖੁੰਟਾ ਠੋਕਦੇ ਸੀ, ਜਿਵੇਂ ਕਿੱਲਾ ਗੱਡਦੇ ਸੀ, ਉਸ ਤਰ੍ਹਾਂ ਕਿੱਲਾ ਗੱਡ ਰਹੇ ਹੋ, ਬੇਸ਼ੱਕ ਤੁਹਾਡੇ ਕੋਲ ਕਿੱਲਾ ਹੈ ਨਹੀਂ। ਦੋਸਤੋ, ਉਹਨਾਂ ਨੇ ਜਾ ਕੇ ਉਹੀ ਕੀਤਾ। ਉਹਨਾਂ ਨੇ ਕਿੱਲਾ ਗੱਡਣ ਦੀ ਐਕਟਿੰਗ ਕੀਤੀ, ਰੱਸਾ ਬੰਨ੍ਹਣ ਦੀ ਐਕਟਿੰਗ ਕੀਤੀ, ਉਹਦੇ ਗਲ 'ਚ ਹੱਥ ਪਾ ਕੇ ਰੱਸਾ ਪਾਉਣ ਦੀ ਐਕਟਿੰਗ ਕੀਤੀ ਔਰ ਊਂਟ ਬਾਕੀ ਊਂਟਾਂ ਵਾਂਗ ਹੀ ਆਰਾਮ ਨਾਲ ਉੱਥੇ ਬੈਠ ਗਿਆ। ਬੜੇ ਅਚੰਭਿਤ ਸੀ ਕਿ ਵਾਕਈ ਇਹ ਦਰਵੇਸ਼ ਬਹੁਤ ਪਹੁੰਚੀ ਹੋਈ ਹਸਤੀ ਹੈ, ਬਹੁਤ ਸਾਰੇ ਗੁਣ ਜਾਣਦਾ ਹੈ, ਬਹੁਤ ਸਾਰੇ ਮੰਤਰ ਜਾਣਦਾ ਹੈ, ਬਹੁਤ ਸਾਰੇ ਜਾਦੂਗਰੀ ਦੀ ਕਲਾ ਇਹਦੇ ਕੋਲ ਹੈ।
दिन चढ़िया बाकी सारे ऊँट खोल लए गए। लास्ट ਵਿੱਚ ਉਹ ਊਂਟ ਜਿਹੜਾ ਵੱਜਿਆ ਨਹੀਂ ਸੀ, ਹਾਲਾਂਕਿ ਉਹਨੂੰ ਵੱਜੇ ਹੋਣ ਦਾ ਅਹਿਸਾਸ ਹੋ ਰਿਹਾ ਸੀ, ਉਹ ਊਂਟ ਵੱਜਿਆ ਰਿਹਾ, ਉੱਥੇ ਬੈਠਿਆ ਰਿਹਾ, ਉੱਠਿਆ ਨਹੀਂ। ਤਾਂ ਉਹ ਬੜੇ ਸ਼ੱਕ 'ਚ ਪਏ ਕਿ ਇਹਨੇ ਕੋਈ ਮੰਤਰ ਮਾਰਿਆ ਸੀ, ਉਹਦੀ ਵਜ੍ਹਾ ਤੋਂ ਸਾਡਾ ਊਂਟ ਜਿਹੜਾ ਹੈ ਉੱਠ ਨਹੀਂ ਰਿਹਾ। ਵਾਪਸ ਦੌੜੇ, ਉਸੇ ਦਰਵੇਸ਼ ਕੋਲ ਗਏ। ਉਹਨਾਂ ਨੇ ਜਾ ਕੇ ਕਿਹਾ ਕਿ ਰਾਤ ਤਾਂ ਲੰਘ ਗਈ, ਹੁਣ ਦਿਨ ਚੜ੍ਹੇ, ਅਸੀਂ ਊਂਟ ਨੂੰ ਲੈ ਕੇ ਤੁਰਨਾ ਚਾਹੁੰਦੇ ਸੀ, ਲੇਕਿਨ ਊਂਟ ਤਾਂ ਉੱਠ ਹੀ ਨਹੀਂ ਰਿਹਾ, ਖੁੱਲ੍ਹਾ ਹੋਇਆ ਹੈ, ਉਹਦੀ ਗਲ 'ਚ ਰੱਸੀ ਨਹੀਂ। ਉਸ ਦਰਵੇਸ਼ ਨੇ ਉਹਨਾਂ ਨੂੰ ਦੱਸਿਆ ਕਿ ਬੇਵਕੂਫੋ, ਤੁਸੀਂ ਉਹਨੂੰ ਵੱਜ ਕੇ ਉੱਥੇ ਰੱਖਿਆ ਹੋਇਆ ਹੈ, ਰਾਤ ਉੱਥੇ ਤੁਸੀਂ ਉਹਦੀ ਗੁਜ਼ਾਰੀ ਹੈ, ਜਾਓ ਪਹਿਲਾਂ ਉਹਦੇ ਗਲ 'ਚੋਂ ਰੱਸੀ ਕੱਢੋ। ਉਹ ਸਮਝ ਚੁੱਕੇ ਸੀ, ਉਹ ਸਮਝ ਚੁੱਕੇ ਸੀ ਕਿ ਜਿਵੇਂ ਉਹਦੇ ਗਲ 'ਚ ਅਸੀਂ ਕੱਲ੍ਹ ਰੱਸੀ ਬੰਨ੍ਹਣ ਦਾ ਪ੍ਰਯਾਸ ਕਰ ਰਹੇ ਸੀ, ਐਕਟਿੰਗ ਕਰ ਰਹੇ ਸੀ, ਕੋਸ਼ਿਸ਼ ਕਰ ਰਹੇ ਸੀ, ਸਾਨੂੰ ਅੱਜ ਵੀ ਉਹੀ ਕਰਨਾ ਹੈ। ਉਹਨਾਂ ਨੇ ਵਾਪਸ ਜਾ ਕੇ ਜਿਵੇਂ ਰੱਸੀ ਖੋਲ੍ਹੀ ਦੀ ਹੈ, ਉਹੀ ਜਦ ਐਕਟਿੰਗ ਕੀਤੀ, ਊਂਟ ਉੱਠ ਖੜਾ ਹੋਇਆ। ਦੋਸਤੋ, ਤੁਹਾਨੂੰ ਸਾਰਿਆਂ ਨੂੰ ਬੜਾ ਅਚੰਭਾ ਹੋਇਆ ਹੋਵੇਗਾ, ਕਮਾਲ ਹੈ। ਇਸ ਕਹਾਣੀ ਦੇ ਵਿੱਚ ਕੀ ਨਿਸ਼ਕਰਸ਼ ਹੋ ਸਕਦਾ ਹੈ, ਇਸ ਕਹਾਣੀ ਦਾ ਕੀ ਅਰਥ ਹੋ ਸਕਦਾ ਹੈ, ਇਸ ਕਹਾਣੀ ਤੋਂ ਕੀ ਸਾਨੂੰ ਸਿੱਖਿਆ ਮਿਲ ਸਕਦੀ ਹੈ। ਦੋਸਤੋ, ਅਸੀਂ ਸਾਰੇ ਦੇ ਸਾਰੇ ਲੋਕ ਕਿੱਲਿਆਂ ਨਾਲ, ਖੁੰਟਿਆਂ ਨਾਲ ਬੱਝੇ ਹੋਏ ਹਾਂ। ਮਾਨਸਿਕ ਤੌਰ 'ਤੇ ਸਾਨੂੰ ਬੰਨ੍ਹ ਦਿੱਤਾ ਗਿਆ ਹੈ, ਜ਼ਹਿਨੀ ਤੌਰ 'ਤੇ ਸਾਡੇ ਸਾਹਮਣੇ ਇੱਕ ਕਿੱਲਾ ਗੱਡ ਕੇ ਸਾਨੂੰ ਉਹਦੇ ਨਾਲ ਬੰਨ੍ਹ ਦਿੱਤਾ ਗਿਆ ਹੈ, ਔਰ ਅਸੀਂ ਉਸ ਕਿੱਲੇ ਦੇ ਨਾਲ ਬੱਝੇ ਹੀ ਚਲੇ ਜਾ ਰਹੇ ਹਾਂ। ਸਾਨੂੰ ਲੱਖ ਚਾਹ ਹੋਣ 'ਤੇ ਵੀ ਉਸ ਕਿੱਲੇ ਤੋਂ, ਉਸ ਖੁੰਟੇ ਤੋਂ ਛੁਟਕਾਰਾ ਨਹੀਂ ਮਿਲ ਪਾ ਰਿਹਾ। ਹਰੇਕ ਬੰਦਾ ਕਿਸੇ ਨਾ ਕਿਸੇ ਵਿਚਾਰਧਾਰਾ ਦੇ ਨਾਲ ਜੁੜਿਆ ਹੈ। ਕਿਉਂ? ਉਸ ਵਿਚਾਰਧਾਰਾ ਦਾ ਮਕਸਦ ਕੀ ਹੈ, ਉਹਦਾ ਫਾਇਦਾ ਕੀ ਹੈ, ਉਹਦਾ ਬੁਨਿਆਦੀ ਤੌਰ 'ਤੇ ਸਾਡੇ ਲਈ ਕੀ ਹਿੱਤ ਹੋ ਸਕਦਾ ਹੈ, ਅਸੀਂ ਇਹ ਸੋਚਣਾ ਛੱਡ ਚੁੱਕੇ ਹਾਂ। ਕਿੱਲੀਆਂ ਦੇ ਨਾਲ ਬੱਝੇ ਚਲੇ ਜਾ ਰਹੇ ਹਾਂ। ਇੱਕ ਬੰਦਾ ਕਿਤੇ ਸਿਰ ਨਵਾ ਕੇ ਮੱਥਾ ਟੇਕ ਰਿਹਾ, ਉਹਦੇ ਪਿੱਛੇ ਬਹੁਤ ਸਾਰੇ ਲੋਕ ਮੱਥਾ ਟੇਕ ਜਾ ਰਹੇ ਹਨ। ਅੰਦਰੋਂ ਅਸੀਂ ਖੋਖਲੇ ਹਾਂ, ਡਰ ਹੈ, ਸਾਡੀ ਗਲ ਉਸ ਡਰ ਦੀ ਵਜ੍ਹਾ ਤੋਂ ਰੱਸੀ ਪਈ ਹੈ। ਕਿਤੇ ਅਸੀਂ ਉਸ ਕਿੱਲੇ ਤੋਂ ਛੁੱਟ ਕੇ ਬਾਕੀ ਨਾ ਹੋ ਜਾਈਏ, ਉਸ ਕਬੀਲੇ ਤੋਂ ਦੂਰ ਨਾ ਚਲੇ ਜਾਈਏ, ਉਸ ਸਮਾਜਿਕ ਸੰਰਚਨਾ ਤੋਂ ਬਾਹਰ ਨਾ ਹਟ ਜਾਈਏ, ਉਸ ਦਾਇਰੇ ਤੋਂ ਬਾਹਰ ਨਾ ਖਿਸਕ ਜਾਈਏ। ਇਸ ਡਰ ਤੋਂ ਅਸੀਂ ਉਸ ਦਾਇਰੇ ਦੇ ਅੰਦਰ ਰਹਿ ਕੇ ਚਲੇ ਜਾਂਦੇ ਹਾਂ। ਬੁਨਿਆਦੀ ਗੱਲਾਂ ਦਾ ਨਹੀਂ ਪਤਾ, ਫਿਰ ਵੀ ਕਰ ਰਹੇ ਹਾਂ, ਤਾਂ ਫਿਰ ਕੀ ਕਰੀਏ? ਦੋਸਤੋ, ਇਹ ਜਿਹੜਾ ਕਲੰਦਰ ਹੈ, ਇਹ ਜੋ ਦਿਮਾਗ ਹੈ, ਇਹ ਜਿਹੜਾ ਜ਼ਹਿਨ ਹੈ, ਜਿਹਨੂੰ ਸਰਤਾਜ ਮੰਨਿਆ ਗਿਆ ਹੈ, ਜੋ ਸਾਡੇ ਇਸ ਪੂਰੇ ਸਿਸਟਮ ਨੂੰ ਚਲਾ ਰਿਹਾ ਹੈ, ਇਹਦਾ ਇਸਤੇਮਾਲ ਬੇਹੱਦ ਲਾਜ਼ਮੀ ਹੈ। ਕੀ ਤੁਸੀਂ ਜਾਣਦੇ ਹੋ, ਅਸੀਂ ਕੇਵਲ ਔਰ ਕੇਵਲ 5% ਕੌਨਸ਼ੀਅਸ ਮਾਈਂਡ ਦਾ ਇਸਤੇਮਾਲ ਕਰ ਸਕਦੇ ਹਾਂ, ਔਰ 95% ਅਨਕੌਨਸ਼ੀਅਸ ਮਾਈਂਡ इस्तेमाल तो सीखना है। आइंस्टाइन जैसे लोग, जिन्होंने बहुत सारिया खोजा कीतियां, जिन्हें बहुत सारे आविष्कार किए, वो भी अपने दिमाग का, अपने कॉन्शियस दिमाग का 5% ही इस्तेमाल कर पाते हैं। बा मुश्किल सानू इस कॉन्शियस तो अलावा 95% अनकॉन्शियस माइंड तो भी कम लैण की बहुत ज़रूरत है। ਇਹਦੇ ਵਾਸਤੇ ਅਭਿਆਸ ਕਰਨੇ ਹੋਣਗੇ, ਉਹ ਕਿੱਲੀਆਂ, ਖੁੰਟੇ, ਕਿੱਲੇ ਪੱਟ ਕੇ ਸੱਟ ਦੇਣੇ ਹੋਣਗੇ, ਜਿਹੜੇ ਸਾਡੇ ਪੈਰਾਂ ਦੀਆਂ ਬੇੜੀਆਂ ਨੇ, ਜਿਨ੍ਹਾਂ ਕਰਕੇ ਅਸੀਂ ਅੱਗੇ ਕਦਮ ਨਹੀਂ ਵਧਾ ਪਾ ਰਹੇ। ਘਰਾਂ ਦੇ ਵਿੱਚ ਵੱਜ ਰਹੇ ਨੇ ਵੱਖੋ ਵੱਖ ਤਰ੍ਹਾਂ ਦੇ ਸਾਜ਼, ਵੱਖੋ ਵੱਖ ਤਰ੍ਹਾਂ ਦੇ ਗੀਤ, ਵੱਖੋ ਵੱਖ ਤਰ੍ਹਾਂ ਦੇ ਸੰਗੀਤ। ਕਦੀ ਬਹਿ ਕੇ ਸੁਣਿਆ? ਲੰਘ ਜਾਂਦੇ ਹਾਂ ਕੋਲੋਂ ਦੀ, ਪਤਾ ਵੀ ਨਹੀਂ ਲੱਗਦਾ ਕਿ ਮੈਂ ਕਿਹਦੇ ਕੋਲੋਂ ਲੰਘ ਕੇ ਆਇਆ ਵਾਂ। ਕੁਦਰਤ ਦਾ ਕਿੰਨਾ ਸੋਹਣਾ ਨਜ਼ਾਰਾ ਛੱਡ ਕੇ ਆਇਆ ਵਾਂ, ਉਧਰ ਵੇਖ ਹੀ ਨਹੀਂ ਪਾਉਂਦੇ। ਕਿਉਂ? ਕਿਉਂਕਿ ਇਹ ਖਾਨਾ ਉਹਦੀ ਯਾਦਾਸ਼ਤ ਨੂੰ ਬਰਬਾਦ ਕਰ ਚੁੱਕਿਆ ਹੈ। ਇਹਦੇ ਵਿੱਚ 95% ਮਾਈਂਡ ਦੇ ਵਿੱਚ ਉਹਦੀ ਮੈਮਰੀ ਜਿਹੜੀ ਹੋਣੀ ਚਾਹੀਦੀ ਸੀ, ਉਹ ਕਬਾੜ ਦੇ ਥੱਲੇ ਦਫਨ ਹੈ। ਦੋਸਤੋ, ਸੋਚੋ, ਵਿਚਾਰੋ, ਉੱਠੋ, ਚੱਲੋ, ਕਿੱਲੀਆਂ ਪੱਟੋ, ਅੱਗੇ ਵਧੋ। ਇਹ ਜ਼ਿੰਦਗੀ ਬਹੁਤ ਖੂਬਸੂਰਤ ਹੈ। ਆਪਣੇ ਕਿੱਲੇ ਆਪ ਗੱਡੋ, ਆਪਣੇ ਖੁੰਟੇ ਆਪ ਗੱਡੋ। ਬਸ ਅੱਜ ਇਸੇ ਗੱਲ ਨੂੰ ਕਹਾਂਗਾ ਔਰ ਇਜਾਜ਼ਤ ਦਿਓ। ਫਿਰ ਮਿਲਾਂਗਾ ਇੱਕ ਹੋਰ ਨਵੀਂ ਗੱਲ ਦੇ ਨਾਲ। ਤਦ ਤੱਕ ਦੇ ਲਈ ਸ਼ੁਕਰੀਆ। ਰੱਬ ਰਾਖਾ। ਧੰਨਵਾਦ।